हेलो माय डियर फ्रेंड्स, वेलकम टू विद्या इंग्लिश क्लास। ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਮੇਰੇ ਵੱਲੋਂ ਮਤਲਬ ਤੁਹਾਡੇ ਆਪਣੇ ਗਗਨਦੀਪ ਸਿੰਘ ਵੱਲੋਂ ਪੰਜਾਬ ਪੁਲਿਸ ਕਾਂਸਟੇਬਲ ਦੀ ਇੰਗਲਿਸ਼ ਵਾਲੀ ਕਲਾਸ ਦੇ ਵਿੱਚ ਸਵਾਗਤ ਹੈ। ਕੱਲ ਵਾਲੀ ਕਲਾਸ ਦੇ ਵਿੱਚ ਅਸੀਂ ਬੜਾ ਕੁਝ ਸਿੱਖਿਆ ਤੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਤੁਹਾਡਾ ਫੀਡਬੈਕ ਮਿਲੀ ਮੈਨੂੰ ਤੇ ਮੈਂ ਹੋਰ ਜ਼ਿਆਦਾ ਐਕਸਾਈਟਡ ਹੋਇਆ ਤੇ ਸੋਚਿਆ ਕਿ ਮੈਂ ਤੁਹਾਡੇ ਲਈ ਫਿਰ ਤੋਂ ਇੱਕ ਹੋਰ ਵੀਡੀਓ ਲੈ ਕੇ ਆਵਾਂ। ਹੁਣ ਹੋਰ ਵੀ ਜ਼ਿਆਦਾ ਐਕਸਾਈਟਮੈਂਟ ਦੇ ਨਾਲ ਲੈ ਕੇ ਆਵਾਂ, ਹੋਰ ਵੀ ਵਧੀਆ ਤਰੀਕੇ ਦੇ ਨਾਲ ਮੈਂ ਤੁਹਾਨੂੰ ਕਲਾਸ ਦਵਾਂ। ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਮੈਂ ਕਲਾਸ ਸਟਾਰਟ ਕਰ ਦਵਾਂ। ਜੋ ਕਲਾਸ ਪਹਿਲੀ ਵਾਰ ਲਗਾ ਰਹੇ ਨੇਗੇ ਸਟੂਡੈਂਟਸ ਉਹਨਾਂ ਨੂੰ ਦੱਸ ਦੇ ਕਿ ਕੱਲ ਵਾਲੀ ਕਲਾਸ ਦੇ ਵਿੱਚ ਅਸੀਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਅਸੀਂ ਸਿਰਫ ਨਾਊਨ ਦੇ ਨਾਲ ਨਾਲ ਅਸੀਂ ਵਰਬ ਦੀਆਂ ਫਾਰਮਸ ਕੀਤੀਆਂ, ਪ੍ਰੈਪੋਜੀਸ਼ਨ ਕੀਤੀਆਂ ਤੇ ਨਾਲ ਹੀ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜਿਹੜਾ ਕਿਸੇ ਵੀ ਐਗਜ਼ਾਮ ਦੇ ਵਿੱਚ ਆਉਂਦਾ ਹੀ ਰਹਿੰਦਾ ਹੈਗਾ, ਉਹ ਹੈ ਆਰਟੀਕਲ। ਅਸੀਂ ਉਹ ਕੀਤਾ ਤੇ ਅੱਜ ਅਸੀਂ ਜਿੱਥੇ ਛੱਡਿਆ ਸੀਗਾ ਉੱਥੇ ਸਟਾਰਟ ਕਰ ਰਹੇ ਹਾਂਗੇ। ਅਕਸਰ ਜਦੋਂ ਸਾਡੇ ਸੈਂਟੈਂਸ ਆਉਂਦੇ ਨੇ ਤਾਂ ਉਹਨਾਂ ਸੈਂਟੈਂਸ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਦਾਗਾ ਕਿ ਇਹ ਜੇ ਸ਼ਬਦ ਆ ਗਿਆ ਤੇ ਇਸ ਤੋਂ ਬਾਅਦ ਮੈਂ ਕੀ ਲਗਾਵਾਂ, ਇਸ ਤੋਂ ਬਾਅਦ ਮੈਂ ਕੀ ਲਗਾਵਾਂ, ਇਸ ਤੋਂ ਬਾਅਦ ਕੀ ਲਗਾਵਾਂ। ਇਸੇ ਕਰਕੇ ਮੈਂ ਜਿਵੇਂ ਕੱਲ ਇੱਕ ਵਿਦਿਆਰਥੀ ਨੇ ਬੜਾ ਸੋਹਣਾ ਸ਼ਬਦ ਕਿਹਾ ਕਿ ਸਰ ਗਾਗਰ ਵਿੱਚ ਸਾਗਰ ਭਰਤਾ ਤੁਸੀਂ, ਤਾਂ ਆਪਣੀ ਇਹ ਕਲਾਸ ਦਾ ਨਾਮ ਵੀ ਗਾਗਰ ਵਿੱਚ ਸਾਗਰ ਪਾਰਟ 2 ਹੈ। ਕੱਲ ਅਸੀਂ ਪਾਰਟ 1 ਕੀਤਾ ਸੀ। ਅੱਜ ਦੀ ਕਲਾਸ ਦੇ ਵਿੱਚ ਅਸੀਂ ਨਾਊਨ ਪ੍ਰੋਨਾਊਨ ਵਰਬ ਕਰਾਂਗੇ ਆਪਾਂ ਤੇ ਨਾਲ ਅਸੀਂ ਟੈਂਸ ਬਾਰੇ ਗੱਲ ਕਰਾਂਗੇ, ਟ੍ਰਾਂਸਲੇਸ਼ਨ ਕਿਵੇਂ ਕਰਨੀ ਆ ਤੇ ਨਾਲ ਹੀ ਐਕਟਿਵ ਪੈਸਿਵ ਮਤਲਬ ਵੌਇਸ ਕਰਨੀ ਅਸੀਂ ਸਿੱਖਾਂਗੇ। ਸਿਰਫ 25 ਜਾਂ 30 ਮਿੰਟ ਦੇ ਵਿੱਚ ਇਹ ਆਪਣੀ ਕਲਾਸ ਜਿਹੜੀ ਹੈ ਉਹ ਖਤਮ ਹੋ ਜਾਏਗੀ। ਤਾਂ ਕਰਦੇ ਹਾਂ ਜੀ ਸ਼ੁਰੂ ਆਪਾਂ। ਜਿਵੇਂ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਹੈਗਾ, ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਬਿਲਕੁਲ ਸਾਫ਼-ਸਾਫ਼ ਦਿਖ ਰਿਹਾ ਹੈਗਾ। ਕੀ ਲਿਖਿਆ ਹੋਇਆ ਇਹਦੇ ਵਿੱਚ? ਇਹ ਲਿਖਿਆ ਹੋਇਆ ਹੈਗਾ ਕਿ ਜੇ ਵਾਕ ਦੇ ਵਿੱਚ ਜੇ ਤੁਹਾਡਾ ਕੋਈ ਸ਼ਬਦ ਹੈ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਪਹਿਲੀ ਫਾਰਮ ਲਾਓ, ਇਜ਼ ਐਮ ਆਰ ਵਾਸ ਵਰ ਹੈਜ਼ ਹੈਵ ਦੇ ਵਿੱਚੋਂ ਕੁਝ ਲਾਓ, ਮਤਲਬ ਤੁਹਾਡੇ ਕੋਲੇ ਇਹ ਹੈਲਪਿੰਗ ਵਰਬ ਜਾਂ ਫਿਰ ਮਾਡਲ ਵਗੈਰਾ ਪਏ ਨੇਗੇ, ਤੁਹਾਨੂੰ ਕਿਹਾ ਜਾਵੇ ਇਹ ਲਗਾਓ, ਤਾਂ ਤੁਸੀਂ ਕੀ ਕਿਵੇਂ ਕਰਨਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸਿੰਗੂਲਰ ਨਾਊਨ। ਸਿੰਗੂਲਰ ਨਾਊਨ ਕੀ ਹੁੰਦਾ? ਇੱਕ ਵਚਨ। ਸਿੰਗੂਲਰ ਮਤਲਬ ਇੱਕ ਵਚਨ। ਸੋ ਜੇ ਕੋਈ ਇੱਕ ਵਚਨ ਨਾਊਨ ਹੈ, ਨਾਊਨ ਕੀ ਹੁੰਦਾ? ਨਾਮ। ਨਾਮ ਕੀ ਹੁੰਦਾ ਹੈਗਾ? ਇਹ ਡੈਫੀਨੇਸ਼ਨ ਭੁੱਲ ਜਾਓ ਵੀ ਕਿਸੇ ਵਸਤੂ ਵਿਅਕਤੀ ਦੇ ਨਾਮ ਨੂੰ ਹੀ ਅਸੀਂ ਸਿਰਫ ਨਾਊਨ ਕਹਿੰਦੇ ਹਾਂ। ਕਿਸੇ ਵੀ ਚੀਜ਼ ਦਾ ਨਾਮ ਜਿਹਨੂੰ ਅਸੀਂ ਨਾਮ ਲੈ ਕੇ ਦੱਸ ਸਕਦੇ ਹਾਂ, ਜਿਵੇਂ ਆਹ ਕੀ ਆ ਬੋਰਡ, ਇਹ ਨਾਊਨ ਹੋ ਗਿਆ। ਮੈਂ ਕੌਣ ਆ? ਇੱਕ ਲੜਕਾ, ਇੱਕ ਟੀਚਰ, ਇੱਕ ਟ੍ਰੇਨਰ। ਤਾਂ ਤੁਸੀਂ ਕੌਣ ਹੋਗੇ? ਤੁਸੀਂ ਵਿਦਿਆਰਥੀ ਹੋਗੇ, ਤੁਸੀਂ ਨਾਊਨ ਹੋਗੇ। ਮੈਂ ਵੀ ਨਾਊਨ ਆ, ਮਤਲਬ ਜਿਹੜੀ ਚੀਜ਼ ਨੂੰ ਆਪਾਂ ਨਾਮ ਲੈ ਕੇ ਬੁਲਾ ਸਕਦੇ ਹਾਂਗੇ ਉਹ ਇੱਕ ਨਾਊਨ ਹੁੰਦਾ ਹੈਗਾ। ਤਾਂ ਹੁਣ ਨਾਊਨ ਚਾਹੇ ਉਹ ਕਾਊਂਟੇਬਲ ਪਰ ਇੱਕ ਵਚਨ ਹੋਵੇ ਉਹ, ਤੇ ਜਾਂ ਅਨਕਾਊਂਟੇਬਲ ਨਾਊਨ। ਕਈ ਵਾਰ ਜਿਵੇਂ ਨਾ ਅਨਕਾਊਂਟੇਬਲ ਨਾਊਨ ਜਿਹਨੂੰ ਅਸੀਂ ਗਿਣ ਨਹੀਂ ਸਕਦੇ, ਤੋਲ ਸਕਦੇ ਹਾਂ, ਮਾਪ ਸਕਦੇ, ਜਿਵੇਂ ਕਿ ਦੁੱਧ। ਅਗਰ ਅਜਿਹਾ ਕੋਈ ਨਾਊਨ ਆਉਂਦਾ ਹੈਗਾ ਤੁਹਾਡਾ ਤਾਂ ਤੁਸੀਂ ਉਹਦੇ ਨਾਲ ਸਿਰਫ ਆਹ ਚੀਜ਼ਾਂ ਲਗਾਓਗੇ। ਪਹਿਲੀ ਫਾਰਮ ਨਾਲ ਐਸ ਜਾਈ ਐਸ, ਇਜ਼ ਲਗਾਓਗੇ ਤੁਸੀਂ, ਵਾਸ ਲਗਾਓਗੇ ਤੁਸੀਂ ਉਹਦੇ ਨਾਲ ਤੁਸੀਂ ਹੋਰ ਕੀ ਲਗਾਓਗੇ? ਉਹਦੇ ਨਾਲ ਤੁਸੀਂ ਹੈਜ਼ ਲਗਾਓਗੇ, ਉਹਦੇ ਨਾਲ ਤੁਸੀਂ ਡਜ਼ ਲਗਾਓਗੇ। ਤੇ ਆ ਕੁਝ ਮੈਂ ਰੈਡ ਦੇ ਵਿੱਚ ਲਿਖਿਆ। ਰੈਡ ਦਾ ਮਤਲਬ ਇਹ ਹੈ, ਇਹਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਸਬਜੈਕਟ ਜਾਂ ਆਬਜੈਕਟ ਜਾਂ ਨਾਊਨ ਜਾਂ ਪ੍ਰੋਨਾਊਨ ਇੱਕ ਵਚਨ ਚਾਹੇ ਬਹੁ ਵਚਨ, ਇੰਨਾ ਨਹੀਂ ਲੱਗਣਾ। ਡਿਡ ਵੀ ਲੱਗੂ, ਹੈਡ ਵੀ ਲੱਗੂ। ਜਿਵੇਂ ਮਾਡਲ ਕਿਹੜੇ ਹੁੰਦੇ ਨੇਗੇ? ਮਾਡਲਸ ਹੁੰਦੇ ਨੇਗੇ ਜਿਵੇਂ ਵਿਲ, ਸ਼ੈਲ, ਵੁੱਡ, ਸ਼ੁੱਡ, ਕੈਨ, ਕੁੱਡ, ਮੇ, ਮਾਈਟ, ਮਸਟ। ਇਹ ਉਵੇਂ ਲੱਗਦੇ ਨੇਗੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪ੍ਰੋਨਾਊਨ ਦੀ। ਹੁਣ ਗੱਲ ਗੌਰ ਕਰੀਏ, ਇੱਥੇ ਮੈਂ ਥੋੜੇ ਜਿਹੇ ਨਾ ਹੋਰ ਸੌਖਾ ਕਿਵੇਂ ਕਰਤਾ? ਦੇਖੋ ਇੱਥੇ ਲਿਖਿਆ ਹੋਇਆ ਹੈਗਾ ਹੀ। ਅਗਰ ਵਾਕ ਦੇ ਵਿੱਚ ਕਿਤੇ ਹੀ, ਸ਼ੀ, ਇਟ, ਸਾਡੀ ਗੱਲ ਇੱਥੇ ਹੀ ਖਤਮ ਹੋ ਜਾਂਦੀ ਹੈ, ਇੱਥੇ ਨਹੀਂ। ਐਵਰੀਵਨ, ਐਵਰੀਥਿੰਗ, ਐਵਰੀਵੇਅਰ, ਈਚ। ਜਿਵੇਂ ਨਾ ਜੋ ਐਵਰੀ ਹੈ ਸਾਨੂੰ ਲੱਗਦਾ ਕਿ ਹਰੇਕ ਇੱਥੇ ਦਾ ਬਹੁ ਵਚਨ ਨਹੀਂ ਜੀ, ਗਲਤਫਹਿਮੀ ਆ। ਅਗਰ ਇਹ ਵੀ ਚੀਜ਼ਾਂ ਹੋਣ ਤਾਂ ਅਸੀਂ ਇਹਨਾਂ ਦੇ ਨਾਲ ਸਿਰਫ ਆ ਚੀਜ਼ਾਂ ਲਾਉਣੀਆਂ ਹੈਗੀਆਂ ਆਪਾਂ। ਗੱਲ ਆਈ ਸਮੇਂ ਦੇ ਵਿੱਚ? ਬਸ ਹੋ ਗਈ ਗੱਲ ਖਤਮ। ਇਹ ਟੈਂਸ ਦੀ ਗੱਲ ਸੀਗੀ। ਇਹਨੂੰ ਬੋਲਦੇ ਸਬਜੈਕਟ ਵਰਬ ਅਗਰੀਮੈਂਟ, ਕਿ ਵਰਬ ਦੀ ਫਾਰਮ ਕਿਹੜੀ ਲੱਗੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪਲੂਰਲ ਨਾਊਨ ਬਹੁ ਵਚਨ ਹੁੰਦੇ ਨੇ ਤੇ ਯਾਦ ਰੱਖਿਓ, ਜਿਵੇਂ ਮੈਂ ਇੱਥੇ ਤਾਂ ਲਿਖਿਆ ਇੱਕ ਵਚਨ ਨਾਊਨ ਦੇ ਵਿੱਚ ਕਿ ਕਾਊਂਟੇਬਲ ਹੈ, ਅਨਕਾਊਂਟੇਬਲ ਹੈ, ਪਰ ਇੱਥੇ ਪਲੂਰਲ ਨਾਊਨ ਦੇ ਵਿੱਚ ਸਿਰਫ ਤੇ ਸਿਰਫ ਕਾਊਂਟੇਬਲ ਹੋਣਗੇ ਤੇ ਉਹ ਵੀ ਬਹੁ ਵਚਨ। ਕਾਊਂਟੇਬਲ ਜਿਵੇਂ ਬॉयਜ਼, ਚੇਅਰਸ, ਸਟੂਡੈਂਟਸ, ਇਹਦਾ। ਤੇ ਉਵੇਂ ਹੀ ਪਲੂਰਲ ਪ੍ਰੋਨਾਉਨ ਕਿਹੜੇ ਹੁੰਦੇ ਨੇ? ਆਪਾਂ ਕਹਾਂਗੇ ਦੇ, ਯੂ, ਵੀ। ਇੱਥੇ ਸਾਡਾ ਕੰਮ ਖਤਮ ਹੋ ਜਾਂਦਾ। ਪਰ ਇਹਨਾਂ ਤੋਂ ਇਲਾਵਾ ਆਹ ਵਰਡ ਅਸੀਂ ਭੁੱਲ ਜਾਂਦੇ ਹਾਂ, ਜਿਵੇਂ ਸਮ,
few, many, both, a number of, a lot of, lots of, plenty, मतलब होर कई तरह के वर्ड ने। मैं ਤੁਹਾਨੂੰ ਇੱਕ ਸੁਜੈਸ਼ਨ ਹੋਰ ਦਵਾਂ, ਅਗਰ ਤੁਸੀਂ ਸੈਲਫ ਸਟੱਡੀ ਹੋਰ ਕਰਨਾ ਚਾਹੁੰਦੇ ਹੋ ਆਪਣੇ ਹੀ ਚੈਨਲ ਦੇ ਉੱਪਰ ਹੋਰ ਵੀਡੀਓਜ਼ ਵੀ ਦਿੱਤੀਆਂ ਹੋਈਆਂ ਨੇ, ਪਰ ਜਿਹੜੀ ਮੈਂ ਬੋਲੀ ਬੋਲ ਰਿਹਾ ਹਾਂ ਇਹ ਆਕਸਫੋਰਡ ਪ੍ਰੈਕਟਿਸ ਗ੍ਰਾਮਰ ਦੀ ਬੋਲ ਰਿਹਾ ਹਾਂ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ BA ਦੇ ਵਿੱਚ ਰეკਮੈਂਡਡ ਹੈਗੀ। ਪ੍ਰੈਕਟਿਸ ਆਕਸਫੋਰਡ ਪ੍ਰੈਕਟਿਸ ਗ੍ਰਾਮਰ ਤੁਸੀਂ ਇੱਥੋਂ ਪੜ੍ਹ ਸਕਦੇ ਹੋ, ਇੱਥੇ ਬਹੁਤ ਸਾਰਾ ਮਟੀਰੀਅਲ ਤੁਹਾਨੂੰ ਮਿਲ ਜਾਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਈ ਦੀ। ਆਈ ਜਿਹੜੀ ਹੈ, ਆਈ ਦੇ ਨਾਲ ਆਈ ਬੜੀ ਕਮਾਲ ਦੀ ਚੀਜ਼ ਹੈ, ਬਹੁਤ ਕੁਝ ਗਲਤ ਕਰਾਉਂਦੀ ਹੈਗੀ, ਇਹ ਬਹੁਤ ਹੀ ਜ਼ਿਆਦਾ ਕੁਝ ਗਲਤ ਕਰਾਉਂਦੀ ਹੈ ਇਹ। ਆਈ ਦੇ ਨਾਲ ਹਮੇਸ਼ਾ ਵਰਬ ਦੀ ਪਹਿਲੀ ਫਾਰਮ ਲੱਗਦੀ ਹੁੰਦੀ ਹੈ ਜੀ, ਜਿਵੇਂ ਬਹੁਵਚਨ ਚ ਪਹਿਲੀ ਫਾਰਮ ਲੱਗਦੀ ਹੈ, ਪਰ ਇੱਕ ਵਚਨ ਦੇ ਵਿੱਚ ਪਹਿਲੀ ਫਾਰਮ ਨਾਲ ਇਕੱਲੀ S ਜਾਂ ES ਲੱਗਦੀ ਹੈ ਜੀ। ਫਰਕ ਪੈ ਗਿਆ ਨਾ। ਸੋ ਆਹ ਚੀਜ਼ਾਂ ਮੈਂ ਤੁਹਾਡੀਆਂ ਸਿੱਧੀਆਂ ਕਰਕੇ ਰੱਖਤੀਆਂ ਕਿ ਜੇ ਆਈ ਹੋਵੇ ਤਾਂ ਪਹਿਲੀ ਫਾਰਮ ਲੱਗੂਗੀ, ਜਾਂ ਆਈ ਦੇ ਨਾਲ M ਲੱਗੂਗਾ, ਆਈ ਦੇ ਨਾਲ was ਲੱਗੂਗਾ, ਆਈ ਦੇ ਨਾਲ have ਲੱਗੂਗਾ, ਆਈ ਦੇ ਨਾਲ do ਲੱਗੂਗਾ, did, had ਤੇ ਮਾਡਲ ਤਾਂ ਹੈਗੇ ਨੇ। ਓਕੇ, ਹੁਣ ਤੁਸੀਂ ਕਹੋਗੇ ਸਰ ਮਾਡਲ ਵੀ ਆਪਾਂ ਗੱਲ ਕਰ ਹੀ ਲੈਣੇ ਹੈਗੇ। ਮਾਡਲਸ ਕੀ ਹੁੰਦੇ ਨੇ? ਜਿਵੇਂ ਤੁਹਾਨੂੰ ਦੱਸਿਆ ਕਿ ਮਾਡਲਸ ਜਿਹੜੇ ਨੇਗੇ ਉਹ ਆ ਹੁੰਦੇ ਨੇਗੇ। ਹੁਣ ਮਾਡਲ ਇੱਕ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਜ਼ਿਆਦਾ ਈਜ਼ੀ ਪਰ ਇੰਪੋਰਟੈਂਟ ਟੌਪਿਕ ਹੈਗਾ। ਅਸੀਂ ਇਗਨੋਰ ਨਹੀਂ ਕਰ ਸਕਦੇ ਮਾਡਲ ਨੂੰ। ਅਸੀਂ ਕਿਉਂ? ਮਾਡਲ ਇੱਕ ਅਜਿਹੀ ਚੀਜ਼ ਆ, ਜਿਵੇਂ ਆ ਲਿਖੇ ਹੋਏ ਨੇ ਤੁਹਾਡੇ ਆਹ ਮਾਡਲ ਅਜਿਹੀ ਚੀਜ਼ ਜਿਨ੍ਹਾਂ ਦੇ ਨਾਲ ਸਿਰਫ ਤੇ ਸਿਰਫ ਵਰਬ ਦੀ ਫਰਸਟ ਫਾਰਮ ਲੱਗਦੀ ਹੈ। ਜੇ ਤੁਸੀਂ ਕੁਝ ਹੋਰ ਲਾ ਦੋਗੇ ਗਲਤ ਹੋ ਜਾਊਗਾ। ਸਮਝ ਆਈ? ਨਹੀਂ ਆਈ? ਕੋਈ ਗੱਲ ਨਹੀਂ। ਆ ਦੇਖੋ ਸੀ, ਜਿਵੇਂ ਆ ਦੇਖੋ ਮੈਂ ਲਿਖਿਆ ਹੋਇਆ ਮਾਡਲ ਦੇ ਨਾਲ ਹਮੇਸ਼ਾ ਵਰਬ ਦੀ ਫਰਸਟ ਫਾਰਮ ਲੱਗਦੀ ਹੈ। ਬਿਲਕੁਲ ਲੱਗਦੀ ਹੈ। ਅਗਰ ਤੁਸੀਂ ਫਰਸਟ ਫਾਰਮ ਦੇ ਨਾਲ S ਜਾਂ ES ਵੀ ਲਾਤੀ, ਸੈਕੰਡ ਫਾਰਮ ਤਾਂ ਦੂਰ ਦੀ ਗੱਲ ਹੈਗੀ, ਜਾਂ ING ਵੀ ਲਾਤੀ ਤਾਂ ਵੀ ਇਹ ਸਾਰਾ ਕੁਝ ਗਲਤ ਹੈਗਾ। ਜਿਵੇਂ ਆਹ ਸੈਂਟੈਂਸ ਬਿਲਕੁਲ ਸਹੀ ਆ ਸ਼ੈਲ ਵਾਲਾ। ਇਹ ਕਿਤੇ ਹੋਰ ਗੱਲ ਦੱਸ ਦਵਾਂ, ਅਕਸਰ ਹੀ ਕਿਹਾ ਜਾਂਦਾ ਕਿ I ਤੇ we ਦੇ ਨਾਲ ਸ਼ੈਲ ਲੱਗਦਾ, ਬਾਕੀ ਕੁਝ ਵੀ ਹੋ ਜੇ ਬਾਕੀਆਂ ਨਾਲ ਕੀ ਲੱਗਦਾ ਹੈਗਾ? will ਲੱਗਦਾ। ਠੀਕ ਹੈ ਜੀ। ਮੰਨ ਲਓ ਸਬਜੈਕਟ I ਜਾਂ we ਹੈ, ਫਿਰ ਤਾਂ ਲੱਗੂ ਸ਼ੈਲ। ਜੇ I ਦਾ we ਨਹੀਂ ਹੈਗਾ, ਕੁਝ ਹੋਰ ਹੈ ਜਾਂ ਕੁਝ ਵੀ ਹੋਵੇ ਯਾਰ, ਕੁਝ ਵੀ ਹੋਵੇ, ਲੱਲਾ ਬੱਬਾ ਕੁਝ ਵੀ ਹੋਵੇ, ਉਹਦਾ will ਲੱਗੂਗਾ। ਸਿਰਫ I ਤੇ we ਨਾਲ ਸ਼ੈਲ ਲੱਗੂਗਾ। ਓਕੇ, ਹੁਣ ਦੇਖੋ I shall play, ਮੈਂ ਖੇਡੂੰਗਾ ਮੈਂ, ਇਹ ਬਿਲਕੁਲ ਸਹੀ ਹੈ ਕਿਉਂਕਿ play verb ਦੀ ਪਹਿਲੀ ਫਾਰਮ ਆ। ਪਰ I shall playing ਅਦਾ ਗਲਤ ਹੈਗਾ। ਕਿਉਂ? ਫਸਟ ਫਾਰਮ ਨਾਲ ING ਲੱਗੀ। ਤਾਈਓ ਹੁਣ ਜੇ ਤੁਹਾਨੂੰ ਕਿਹਾ ਜਾਵੇ ਕਿ ਇੱਥੇ ਦੱਸੋ ਜੀ ਕੀ ਲੱਗੂਗਾ, ਇੱਥੇ ਤੁਸੀਂ ਹੁਣ ਅਜਿਹਾ ਕੁਝ ਲਾਉਣਾ ਜੋ ਵਰਬ ਦੀ ਪਹਿਲੀ ਫਾਰਮ ਹੋਵੇ, ਤਾਂ ਯਾਦ ਰੱਖਿਓ ਮਾਡਲ ਦੇ ਨਾਲ ਕਦੇ ਕਦਾਈ ਵੀ ਲੱਗ ਜਾਂਦਾ ਹੁੰਦਾ ਹੈਗਾ। ਅਗਰ ਮਾਡਲ ਦੇ ਨਾਲ ਅਸੀਂ, ਮੈਂ ਸ਼ਾਰਟ ਵਿੱਚ ਲਿਖਦਾ ਮਾਡਲ ਨੂੰ M, ਜੇ ਮਾਡਲ ਦੇ ਨਾਲ ਅਸੀਂ ਕੁਝ ਲਾਉਣਾ ਚਾਹੁੰਦੇ ਆਗੇ, ਜਿਵੇਂ ING ਦੀ ਫਾਰਮ ਬਣਾਉਣਾ ਚਾਹੁੰਦੇ ਆ ਜਾਂ ਵਰਬ ਦੀ ਥਰਡ ਫਾਰਮ ਬਣਾਉਣਾ ਚਾਹੁੰਦੇ ਆਗੇ, ਤਾਂ ਸਾਨੂੰ ਕੀ ਕਰਨਾ ਪਊਗਾ? ਆਹ ਵਾਲੀਆਂ ਸਟਰਕਚਰਸ ਨੇ, B ਤੋਂ ਬਾਅਦ ਵਰਬ ਦੀ ਫਸਟ ਫਾਰਮ ਨਾਲ ING, ਜਾਂ ਮਾਡਲ ਤੋਂ ਬਾਅਦ B ਤੋਂ ਬਾਅਦ ਵਰਬ ਦੀ ਥਰਡ ਫਾਰਮ। ਇਹ ਚੀਜ਼ਾਂ ਬਿਲਕੁਲ ਸਹੀ ਨੇ ਜੀ ਇਹ। ਪਰ ਕਈ ਵਾਰ ਮਾਡਲ ਤੋਂ ਬਾਅਦ ਹੈਵ ਵੀ ਲੱਗਿਆ ਪਿਆ ਹੁੰਦਾ ਹੈਗਾ, ਹੈਵ ਦੇ ਨਾਲ ਵਰਬ ਦੀ ਤੀਜੀ ਫਾਰਮ ਵੀ ਲੱਗੀ ਹੁੰਦੀ ਹੈ। ਸੋ ਇਹ ਚੀਜ਼ਾਂ ਵੀ ਬਿਲਕੁਲ ਤੇ ਬਿਲਕੁਲ ਸਹੀ ਨੇ। ਤਾਂ ਇਹ ਸੀ ਸਾਡਾ ਹੁਣ ਤੱਕ ਦਾ ਵਰਬ ਤੇ ਸਬਜੈਕਟ ਨਾਲ ਰਿਲੇਟਡ, ਜਿਹਨੂੰ ਬੋਲਦੇ ਆ ਸਬਜੈਕਟ ਵਰਬ ਐਗਰੀਮੈਂਟ। ਤੁਹਾਨੂੰ ਸਾਰਾ ਕੁਝ ਦਿਖ ਰਿਹਾ, ਤੁਹਾਨੂੰ ਕਲਰਫੁਲ ਹੋਇਆ ਪਿਆ। ਵਾਹਿਗੁਰੂ ਕਰੇ ਤੁਹਾਡੀ ਜਿਹੜੀ ਜ਼ਿੰਦਗੀ ਇਦਾਂ ਹੀ ਕਲਰਫੁਲ ਰਹੇ, ਤੇ ਤੁਹਾਡੇ ਖਾਕੀ ਰੰਗ ਦੀਆਂ ਫੀਤੀਆਂ ਨੇ ਜਿਹੜੀਆਂ ਉਹ ਜ਼ਰੂਰ ਤੁਹਾਡੇ ਲੱਗਣ, ਖਾਕੀ ਯੂਨੀਫਾਰਮ ਦੇ ਉੱਪਰ ਲੱਗਣ। ਇਸੇ ਤਰ੍ਹਾਂ ਜੁੜੇ ਰਹੀਓ ਤੇ ਆਪਾਂ ਬੜਾ ਕੁਝ ਇਕੱਠੇ ਜੇ ਰਹਾਂਗੇ ਤਾਂ ਮੁਕਾਮ ਹਾਸਲ ਕਰ ਲਾਂਗੇ, ਬੜਾ ਕੁਝ ਹਾਸਲ ਕਰ ਲਾਂਗੇ। ਨਹੀਂ ਫਿਰ ਜਿਨ੍ਹਾਂ ਦਾ ਪੇਪਰ ਪਾਸ ਹੋਇਆ ਉਹ ਨੌਕਰੀ ਲੈ ਕੇ ਜਾਣਗੇ। ਅਗਰ ਕੋਈ ਕੁਝ ਉਨੀਕੀ ਰਹਿ ਗਈ, ਵੈਸੇ ਤਾਂ ਨਹੀਂ ਰਹਿੰਦੀ ਪਰ ਰਹਿ ਗਈ, ਤਾਂ ਅਸੀਂ ਸਿੱਖਾਂਗੇ ਬਹੁਤ ਕੁਝ ਅਸੀਂ। ਠੀਕ ਆ ਜੀ, ਚੀਜ਼ਾਂ ਨੋਟ ਕਰਨੀਆਂ ਇਹ, ਤਾਂ ਇਹਨਾਂ ਨੂੰ ਨੋਟ ਕਰ ਲਓ। ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਹੁਣ ਜੋ ਗੱਲ ਕਰਨ ਲੱਗਿਆਂਗਾ ਉਹ ਟ੍ਰਾਂਸਲੇਸ਼ਨ, ਟੈਂਸਸ ਤੇ ਐਕਟਿਵ ਪੈਸਿਵ ਦੀ ਗੱਲ ਕਰੂੰਗਾ ਤੁਹਾਡੇ ਨਾਲ। ਬਸ ਤਿਆਰ ਰਹੀਓ, ਬਿਲਕੁਲ ਤਿਆਰ ਹੋਗੇ ਤਾਂ ਤੁਹਾਡੀ ਇਹ ਵੀ ਕਲਾਸ ਜਿਹੜੀ ਹੈ ਹੁਣ ਆਪਣੀ ਹਜੇ ਸਟਾਰਟ ਹੋਣ ਲੱਗੀ ਹੈ ਜੀ।